ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 31 ਜਨਵਰੀ ਦਿਨ ਮੰਗਲਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਅਪਡੇਟ ਅਮਰੀਕਾ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਕੌਰ ਕੁਲਾਰ ਕਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੀ ਖਾਲੀ ਪਈ ਥਾਂ ਦੇ ਲਈ ਜਸਟਿਸ ਨੀਲ ਗੌਰਸਚ ਉਹਨਾਂ ਨੂੰ ਨਾਮਜ਼ਦ ਕੀਤਾ। ਹੋਮਲੈਂਡ ਸਿਕਿਉਰਿਟੀ ਦੇ ਚੀਫ ਜੌਨ ਕੈਲੀ ਦਾ ਦਾਅਵਾ ਇਮੀਗ੍ਰੇਸ਼ਨ ਆਰਡਰ ਮੁਸਲਿਮ ਬੈਨ ਨਹੀਂ ਆ। ਉਹਨਾਂ ਅੱਜ ਇੱਕ ਨਿਊਜ਼ ਕਾਨਫਰੰਸ ਵੀ ਕੀਤੀ। ਸੈਨੇਟ ਦੇ ਡੈਮੋਕ੍ਰੇਟਸ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਖ-ਵੱਖ ਨਾਮਜ਼ਦ ਲੋਕਾਂ ਨੂੰ ਰੋਕਣ ਦੇ ਉੱਤੇ ਤੁਲੇ। 4 ਡੈਮੋਕ੍ਰੇਟ ਸਟੇਟਾਂ ਦੇ ਅਟਾਰਨੀ ਜਨਰਲ ਅਤੇ ਸੈਨ ਫਰਾਂਸਿਸਕੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਆਰਡਰ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਬ੍ਰਿਟੇਨ ਦੇ ਸਦਨ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਲਨਾ ਮੁਸੋਲੀਨੀ ਨਾਲ ਕੀਤੀ ਗਈ। ਤੇ ਹੁਣ ਖਬਰਾਂ ਦਾ ਵਿਸਥਾਰ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸੁਪਰੀਮ ਕੋਰਟ ਜਸਟਿਸ ਦੀ ਖਾਲੀ ਹੋਈ ਸੀਟ ਨੂੰ ਭਰਨ ਦੇ ਲਈ ਡੈਨਵਰ ਦੇ ਫੈਡਰਲ ਅਪੀਲ ਕੋਰਟ ਜੱਜ ਨੀਲ ਗੌਰਸਚ ਉਹਨਾਂ ਨੂੰ ਨਾਮਜ਼ਦ ਕੀਤਾ। ਇਹ ਸੁਪਰੀਮ ਕੋਰਟ ਦੀ ਸੀਟ ਜਸਟਿਸ ਐਂਟੋਨੀਅਨ ਸਕਾਲੀਆ ਦੇ ਦੇਹਾਂਤ ਮਗਰੋਂ ਖਾਲੀ ਹੋਈ ਸੀ। ਜਸਟਿਸ ਸਕਾਲੀਆ ਉਹ ਇੱਕ ਕੰਜ਼ਰਵੇਟਿਵ ਜੱਜ ਮੰਨੇ ਜਾਂਦੇ ਸੀ ਅਤੇ ਡੋਨਾਲਡ ਟਰੰਪ ਉਹਨਾਂ ਦੀ ਜਗ੍ਹਾ ਦੇ ਉੱਤੇ ਰਾਈਟ ਵਿੰਗ ਕੰਜ਼ਰਵੇਟਿਵ ਜੱਜ ਦੇ ਨਾਲ ਹੀ ਭਰਨਾ ਚਾਹੁੰਦੇ ਸੀ। ਅੱਜ ਇਸ ਦੀ ਜਾਣਕਾਰੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਸਟ ਰੂਮ ਦੇ ਵਿੱਚੋਂ ਪ੍ਰਾਈਮ ਟਾਈਮ ਦੇ ਉੱਤੇ ਸੰਬੋਧਨ ਦੇ ਵਿੱਚ ਕੀਤੀ। ਇਸ ਮੌਕੇ ਜੱਜ ਗੌਰਸਚ ਅਤੇ ਉਹਨਾਂ ਦੀ ਪਤਨੀ ਲੂਇਜ਼ ਵੀ ਉਹਨਾਂ ਦੇ ਨਾਲ ਖੜੇ ਸਨ। ਪਹਿਲਾਂ ਇਹ ਰਿਪੋਰਟਾਂ ਆ ਰਹੀਆਂ ਸੀਗਾ ਵੀ ਇਸ ਹਫ਼ਤੇ ਦੇ ਅਖੀਰ ਤੱਕ ਹੀ ਸੁਪਰੀਮ ਕੋਰਟ ਦੇ ਲਈ ਕਿਸੇ ਨੂੰ ਨਾਮਜ਼ਦ ਕੀਤਾ ਜਾਵੇਗਾ ਰਾਸ਼ਟਰਪਤੀ ਦੇ ਦੁਆਰਾ, ਪਰ ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਦੇ ਵਿੱਚ ਮੱਚੀ ਤੜਥੱਲੀ ਤੋਂ ਬਾਅਦ ਚ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਦੀ ਨਾਮਜ਼ਦਗੀ ਨੂੰ ਥੋੜਾ ਜਲਦੀ ਦੱਸਿਆ। ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੱਜ ਗੌਰਸਚ ਅਤੇ ਜੱਜ ਥਾਮਸ ਹਾਰਡੀਮੈਨ ਉਹਨਾਂ ਨੂੰ ਇਸ ਨਾਮਜ਼ਦਗੀ ਤੋਂ ਪਹਿਲਾਂ ਮੁਲਾਕਾਤ ਦੇ ਲਈ ਬੁਲਾਇਆ ਸੀ। ਇਹ ਰਿਪੋਰਟਾਂ ਪਹਿਲਾਂ ਹੀ ਆ ਚੁੱਕੀਆਂ ਸੀ। ਇਹਨਾਂ ਦੋਨਾਂ ਦੇ ਵਿੱਚੋਂ ਹੀ ਸੁਪਰੀਮ ਕੋਰਟ ਦੇ ਜੱਜ ਦੇ ਲਈ ਕੋਈ ਨਾਮਜ਼ਦ ਹੋਵੇਗਾ। ਜੱਜ ਨੀਲ ਗੌਰਸਚ ਹਾਰਵਰਡ ਲਾ ਸਕੂਲ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਸੇਮ ਕਲਾਸ ਦੇ ਵਿੱਚ ਪੜ੍ਹਦੇ ਰਹੇ ਹਨ। ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ PhD ਡਿਗਰੀ ਵੀ ਕੀਤੀ ਆ ਅਤੇ ਮਾਰਸ਼ਲ ਸਕਾਲਰ ਵੀ ਹਨ। ਜੱਜ ਗੌਰਸਚ ਸੁਪਰੀਮ ਕੋਰਟ ਦੇ ਜਸਟਿਸ ਰਹਿ ਚੁੱਕੇ ਬਾਇਰਨ ਆਰ ਵਾਈਟ ਅਤੇ ਕੈਨੇਡੀ ਉਹਨਾਂ ਦੇ ਲਾ ਕਲਰਕ ਦੇ ਵਜੋਂ ਉਹਨਾਂ ਨੇ ਕੰਮ ਕੀਤਾ ਆ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਉਹਨਾਂ ਨੇ ਜੱਜ ਗੌਰਸਚ ਨੂੰ ਫੈਡਰਲ ਬੈਂਚ ਦੇ ਉੱਤੇ ਨਾਮਜ਼ਦ ਕੀਤਾ ਸੀ 2006 ਦੇ ਵਿੱਚ। ਇਹ ਘੋਸ਼ਣਾ ਕਰਨ ਤੋਂ ਬਾਅਦ ਜੱਜ ਨੀਲ ਗੌਰਸਚ ਉਹਨਾਂ ਨੇ ਆਖਿਆ ਇਹ ਨਾਮਜ਼ਦਗੀ ਉਹਨਾਂ ਦੇ ਲਈ ਬਹੁਤ ਸਤਿਕਾਰ ਵਾਲੀ ਗੱਲ ਆ ਤੇ ਉਹ ਵਾਅਦਾ ਕਰਦੇ ਨੇ ਸੰਵਿਧਾਨ ਦੇ ਮੁਤਾਬਕ ਲਿਖੇ ਕਾਨੂੰਨਾਂ ਨੂੰ ਉਹ ਪੂਰਨ ਤੌਰ ਦੇ ਉੱਤੇ ਪਾਲਣ ਕਰਨਗੇ ਅਤੇ ਉਸ ਨੂੰ ਲਾਗੂ ਕਰਨ ਦੇ ਵਿੱਚ ਕਦੀ ਪਿੱਛੇ ਨਹੀਂ ਹਟਣਗੇ। ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਨੂੰ ਇੱਕ ਬਹੁਤ ਵਧੀਆ ਜੱਜ ਦੱਸਿਆ ਤੇ ਇਹ ਵੀ ਦਾਅਵਾ ਕੀਤਾ ਵੀ ਇਹਨਾਂ ਨੂੰ ਬਾਈ ਪਾਰਟੀਜ਼ਨ ਦੋਨਾਂ ਹੀ ਪਾਰਟੀਆਂ ਦੀ ਸਪੋਰਟ ਹਾਸਲ ਆ। ਇਸ ਮੌਕੇ ਸੁਪਰੀਮ ਕੋਰਟ ਦੇ ਵਿੱਚ 8 ਜੱਜ ਨੇ ਅਤੇ 9ਵੇਂ ਜੱਜ ਦੀ ਭੂਮਿਕਾ ਦੇ ਵਜੋਂ ਇਹ ਆ ਸਕਦੇ ਨੇ ਜੇ ਸੈਨੇਟ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਵੋਟ ਹੋ ਜਾਂਦੀ ਆ। ਇਸ ਮੌਕੇ
4 ਲਿਬਰਲ ਅਤੇ ਡੈਮੋਕ੍ਰੇਟ ਜੱਜ ਨੇ ਅਤੇ 4 ਜੱਜ ਕੰਜ਼ਰਵੇਟਿਵ ਰਿਪਬਲਿਕਨ ਸੋਚ ਵਾਲੇ ਜੱਜ ਨੇ। ਇਹਨਾਂ ਦੇ ਆਉਣ ਦੇ ਨਾਲ ਰਿਪਬਲਿਕਨ ਪਾਰਟੀ ਦੇ ਜੱਜ ਜਾਂ ਉਸ ਵਿਚਾਰਧਾਰਾ ਦੇ ਜੱਜ 5-4 ਦੇ ਨਾਲ ਅੱਗੇ ਹੋ ਜਾਣਗੇ। ਇਹੀ ਚੀਜ਼ ਰਿਪਬਲਿਕਨ ਪਾਰਟੀ ਚਾਹੁੰਦੀ ਸੀ। ਜ਼ਿਕਰਯੋਗ ਹੈ ਜਸਟਿਸ ਸਕਾਲੀਆ ਦੀ ਮੌਤ ਤੋਂ ਬਾਅਦ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਨੇ ਮੈਰਿਕ ਗਾਰਲੈਂਡ ਦਾ ਨਾਮ ਅੱਗੇ ਰੱਖਿਆ ਸੀ ਬਤੌਰ ਸੁਪਰੀਮ ਕੋਰਟ ਦੇ 9ਵੇਂ ਜੱਜ ਦੇ ਵਜੋਂ, ਪਰ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਉਹਨਾਂ ਨੇ ਉਹਨਾਂ ਨੂੰ ਕਨਫਰਮੇਸ਼ਨ ਹੀਅਰਿੰਗ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ। ਇਸ ਚੀਜ਼ ਨੂੰ ਲੈ ਕੇ ਡੈਮੋਕ੍ਰੇਟ ਪਾਰਟੀ ਕਾਫੀ ਨਿਰਾਸ਼ ਵੀ ਸੀ ਅਤੇ ਇਸ ਟਾਈਮ ਗੁੱਸੇ ਦੇ ਵਿੱਚ ਵੀ ਨਜ਼ਰ ਆ ਰਹੀ ਆ। ਓਰੇਗਨ ਦੇ ਸੈਨੇਟਰ ਉਹਨਾਂ ਨੇ ਦਾਅਵਾ ਕੀਤਾ ਆ ਵੀ ਉਹ ਸਿੰਪਲ ਮੈਜੋਰਟੀ ਦੇ ਉੱਤੇ ਵਿਰੋਧ ਜਤਾਉਣਗੇ ਅਤੇ ਇਹਨਾਂ ਦੀ ਕਨਫਰਮੇਸ਼ਨ ਨੂੰ ਰੋਕਣ ਦੇ ਲਈ ਫਿਲਬਸਟਰ ਵੀ ਕਰ ਸਕਦੇ ਨੇ। ਜਸਟਿਸ ਗੌਰਸਚ ਨੂੰ ਹੁਣ ਸੁਪਰੀਮ ਕੋਰਟ ਦੇ ਜਸਟਿਸ ਬਣਨ ਦੇ ਲਈ ਸਭ ਤੋਂ ਪਹਿਲਾਂ ਜੁਡੀਸ਼ਰੀ ਕਮੇਟੀ ਦੇ ਲਈ ਰੈਫਰ ਕੀਤਾ ਜਾਵੇਗਾ, ਜਿਸ ਦੇ ਵਿੱਚ 11 ਰਿਪਬਲਿਕਨ ਅਤੇ 9 ਡੈਮੋਕ੍ਰੇਟ ਸੈਨੇਟਰਸ ਨੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਹੋਵੇਗੀ। ਕਨਫਰਮੇਸ਼ਨ ਹੀਅਰਿੰਗ ਤੋਂ ਬਾਅਦ ਦੇ ਵਿੱਚ ਕਮੇਟੀ ਵੋਟ ਕਰੇਗੀ, ਜੋ ਕਿ ਪਾਰਟੀ ਲਾਈਨ ਦੇ ਮੁਤਾਬਕ ਹੋਣ ਦੀ ਉਮੀਦ ਆ ਤੇ ਸਿੰਪਲ ਮੈਜੋਰਟੀ ਦੇ ਨਾਲ ਇਹਨਾਂ ਨੂੰ ਫੁੱਲ ਸੈਨੇਟ ਵੋਟ ਦੇ ਲਈ ਘੱਲਿਆ ਜਾ ਸਕਦਾ ਆ। ਜੇ ਉੱਥੇ ਜਸਟਿਸ ਗੌਰਸਚ 8 ਹੋਰ ਡੈਮੋਕ੍ਰੇਟਸ ਦਾ ਸਾਥ ਲੈ ਲੈਂਦੇ ਨੇ ਅਤੇ ਕੁੱਲ 60 ਸੈਨੇਟਰਸ ਦਾ ਸਾਥ ਹੋਵੇਗਾ ਤਾਂ ਜੇ ਕੋਈ ਫਿਲਬਸਟਰ ਵੀ ਕਰਦਾ ਹੈ ਤੇ ਉਸ ਨੂੰ ਉਹ ਰੋਕ ਸਕਣਗੇ ਅਤੇ ਸੁਪਰੀਮ ਕੋਰਟ ਦੇ ਜਸਟਿਸ ਬਣ ਸਕਣਗੇ। ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਦਾਅਵਾ ਕੀਤਾ ਹੈ ਵੀ ਉਹ ਇਸ ਨੋਮੀਨੇਸ਼ਨ ਨੂੰ ਰੋਕਣ ਦੇ ਲਈ ਜੀ ਤੋੜ ਜਾਨ ਲਾਉਣਗੇ। ਜਸਟਿਸ ਗੌਰਸਚ, ਜਿਨ੍ਹਾਂ ਦੀ ਉਮਰ ਮਹਿਜ 49 ਸਾਲ ਆ, ਪਿਛਲੇ 25 ਸਾਲਾਂ ਦੇ ਵਿੱਚ ਸਭ ਤੋਂ ਜਵਾਨ ਜੱਜ ਦੇ ਵਜੋਂ ਨਾਮਜ਼ਦ ਹੋਏ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਜੌਨ ਕੈਲੀ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਪ੍ਰੋੜਤਾ ਕਰਨ ਦੇ ਲਈ ਅੱਜ ਨਿਊਜ਼ ਕਾਨਫਰੰਸ ਕੀਤੀ। ਇਸ ਦੇ ਵਿੱਚ ਸੈਕਟਰੀ ਜੌਨ ਕੈਲੀ ਉਹਨਾਂ ਨੇ ਦਾਅਵਾ ਕੀਤਾ ਰਾਸ਼ਟਰਪਤੀ ਟਰੰਪ ਦਾ ਇਹ ਇਮੀਗ੍ਰੇਸ਼ਨ ਆਰਡਰ ਮੁਸਲਿਮਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਬੈਨ ਨਹੀਂ ਆ। ਉਹਨਾਂ ਨੇ ਇਹ ਗੱਲ ਕਈ ਵਾਰ ਦੁਹਰਾਈ। ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਦੇ ਬਾਰੇ ਗੱਲ ਕਰਦੇ ਆਖਿਆ ਕਿਸੇ ਵੀ ਤਰੀਕੇ ਦੇ ਨਵੇਂ ਰੈਫਿਊਜੀ ਨੂੰ ਲੈਣ ਦੇ ਲਈ 120 ਦਿਨਾਂ ਦੇ ਲਈ ਰੋਕ ਲਾਈ ਹੋਈ ਆ ਅਤੇ ਜਿਹੜਾ ਵੀ ਕੋਈ ਇਰਾਕ, ਈਰਾਨ, ਸੀਰੀਆ, ਯਮਨ, ਸੁਦਾਨ, ਲਿਬੀਆ ਜਾਂ ਸੋਮਾਲੀਆ ਤੋਂ ਅਗਲੇ 90 ਦਿਨਾਂ ਦੇ ਵਿੱਚ ਅਮਰੀਕਾ ਨੂੰ ਆ ਰਿਹਾ ਆ, ਉਹਨਾਂ ਉੱਤੇ ਵੀ ਰੋਕ ਲਾਈ ਗਈ ਆ। ਜੇ ਕੋਈ ਇਹਨਾਂ ਮੁਲਕਾਂ ਦਾ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਆ ਜਾਂ ਉਹਨਾਂ ਕੋਲ ਗ੍ਰੀਨ ਕਾਰਡ ਆ, ਉਹਨਾਂ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਆ ਤੇ ਆਉਂਦਿਆਂ ਹੀ ਉਹਨਾਂ ਦੇ ਕੋਲ ਵੇਵਰ ਭਰਾ ਲਿਆ ਜਾਂਦਾ ਆ। ਇੱਥੇ ਗੱਲ ਕਰਦੇ ਸਕੱਤਰ ਜੌਨ ਕੈਲੀ ਉਹਨਾਂ ਨੇ ਦਾਅਵਾ ਕੀਤਾ ਵੀ 72 ਘੰਟਿਆਂ ਦੇ ਵਿੱਚ 1060 ਐਸੇ ਗ੍ਰੀਨ ਕਾਰਡ ਹੋਲਡਰ ਪਰਮਾਨੈਂਟ ਰੈਜ਼ੀਡੈਂਟਸ ਆ, ਉਹਨਾਂ ਨੂੰ ਵੇਵਰ ਮਿਲੇ ਆ ਅਤੇ 75 ਇਮੀਗ੍ਰੈਂਟ ਵੀਜ਼ਾ ਤੇ ਨਾਨ ਇਮੀਗ੍ਰੈਂਟ ਵੀਜ਼ਾ ਹੋਲਡਰਸ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਆ। ਤੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਇਹਨਾਂ ਮੁਲਕਾਂ ਦੇ ਵਿੱਚੋਂ 721 ਐਸੇ ਯਾਤਰੀਆਂ ਨੂੰ ਇਸ ਇਮੀਗ੍ਰੇਸ਼ਨ ਆਰਡਰ ਤੋਂ ਬਾਅਦ ਦੇ ਵਿੱਚ ਅਮਰੀਕਾ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਤੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਵੀ 872 ਨਵੇਂ ਰੈਫਿਊਜੀ ਇਸ ਹਫ਼ਤੇ ਦੇ ਵਿੱਚ ਆ ਰਹੇ ਨੇ ਅਤੇ ਉਹਨਾਂ ਦੇ ਵੇਵਰ ਭਰਨ ਦੇ ਲਈ ਅਤੇ ਪੂਰੀ ਪ੍ਰੋਸੈਸਿੰਗ ਕਰਨ ਦੇ ਲਈ ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਆ। ਤੇ ਨਾਲ ਹੀ ਉਹਨਾਂ ਨੇ ਇਹ ਆਖਿਆ ਜੇ ਕਿਸੇ ਕੋਲ ਡੂਅਲ ਸਿਟੀਜ਼ਨਸ਼ਿਪ ਆ ਉਸ ਦਾ ਇਸ ਦੇ ਉੱਤੇ ਕੋਈ ਫਰਕ ਨਹੀਂ ਪਵੇਗਾ, ਬਸ ਇਸੇ ਚੀਜ਼ ਦਾ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਇਮੀਗ੍ਰੇਸ਼ਨ ਮੌਕੇ ਤੁਸੀਂ ਕਿਹੜਾ ਪਾਸਪੋਰਟ ਇਮੀਗ੍ਰੇਸ਼ਨ ਅਫਸਰ ਨੂੰ ਦਿਖਾਉਂਦੇ ਹੋ। ਉਹਨਾਂ ਨੇ ਆਖਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਪਿਛਲੇ 1.5-2 ਸਾਲ ਤੋਂ ਇਸ ਚੀਜ਼ ਦੇ ਲਈ ਤਿਆਰ ਸੀ ਕਿਉਂਕਿ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਵਿੱਚ ਇਸ ਇਮੀਗ੍ਰੇਸ਼ਨ ਬੈਨ ਜਾਂ ਇਮੀਗ੍ਰੇਸ਼ਨ ਆਰਡਰ ਦੇ ਬਾਰੇ ਜ਼ਿਕਰ ਸੁਣਿਆ ਸੀ। ਸੈਨੇਟ ਡੈਮੋਕ੍ਰੇਟਸ ਦੇ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਖ-ਵੱਖ ਅਹੁਦਿਆਂ ਦੇ ਲਈ ਨਾਮਜ਼ਦ ਲੋਕਾਂ ਦੀ ਸੈਨੇਟ ਵੋਟ ਨੂੰ ਅੱਜ ਰੋਕਿਆ, ਜਿਸ ਦੇ ਵਿੱਚ ਰਿਪਬਲਿਕਨ ਟਾਮ ਪ੍ਰਾਈਸ ਜਿਨ੍ਹਾਂ ਨੂੰ ਸੈਕਟਰੀ ਆਫ ਹੈਲਥ ਐਂਡ ਹਿਊਮਨ ਸਰਵਿਸ ਦੇ ਲਈ ਸੈਨੇਟ ਵੋਟ ਦੇ ਲਈ ਘੱਲਿਆ ਗਿਆ ਆ, ਉਸ ਦਾ ਡੈਮੋਕ੍ਰੇਟਸ ਦੇ ਵੱਲੋਂ ਬਾਈਕਾਟ ਕੀਤਾ ਗਿਆ ਅਤੇ ਇਸੇ ਤਰੀਕੇ ਦੇ ਨਾਲ ਸਟੀਵ ਨਿਊਚਿਨ ਜਿਨ੍ਹਾਂ ਨੂੰ ਟ੍ਰੈਜਰੀ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਆ, ਉਹਨਾਂ ਦੀ ਵੋਟ ਨੂੰ ਵੀ ਉਹਨਾਂ ਨੇ ਬਾਈਕਾਟ ਕੀਤਾ ਅਤੇ ਸੈਨੇਟਰ ਜੈਫ ਸੈਸ਼ਨਜ਼ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੁਆਰਾ ਅਟਾਰਨੀ ਜਨਰਲ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਆ, ਉਹਨਾਂ ਦੀ ਵੋਟਿੰਗ ਨੂੰ ਬਲੌਕ ਕੀਤਾ ਗਿਆ। ਇਹ ਯੁੱਧ
ਡੈਮੋਕ੍ਰੇਟਸ ਅਤੇ ਰਿਪਬਲਿਕਨਸ ਦੇ ਵਿੱਚ ਹੁਣ ਇਮੀਗ੍ਰੇਸ਼ਨ ਆਰਡਰ ਤੋਂ ਬਾਅਦ ਦੇ ਵਿੱਚ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਆ ਰਿਹਾ ਆ। ਤੇ ਵੀ ਦੱਸਦੇ ਜਾਈਏ, ਕੱਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਐਕਟਿੰਗ ਅਟਾਰਨੀ ਜਨਰਲ ਸੈਲੀ ਯੇਟਸ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ, ਕਿਉਂਕਿ ਸੈਲੀ ਯੇਟਸ ਦਾ ਮੰਨਣਾ ਸੀ ਇਮੀਗ੍ਰੇਸ਼ਨ ਦਾ ਜਿਹੜਾ ਆਰਡਰ ਆ ਇਹ ਗੈਰ ਸੰਵਿਧਾਨਿਕ ਆ ਅਤੇ ਇਸ ਨੂੰ ਡਿਪਾਰਟਮੈਂਟ ਆਫ ਜਸਟਿਸ ਰਾਸ਼ਟਰਪਤੀ ਟਰੰਪ ਦੇ ਲਈ ਡਿਫੈਂਡ ਨਹੀਂ ਕਰਨਗੇ। ਉਹਨਾਂ ਨੂੰ ਇਸੇ ਕਰਕੇ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਸੀ। ਇਸ ਦੇ ਉੱਤੇ ਸੈਨੇਟਰ ਡਾਇਨ ਫਾਈਨਸਟਾਈਨ ਜੋ ਕਿ ਕੈਲੀਫੋਰਨੀਆ ਤੋਂ ਨੇ ਅਤੇ ਹੋਰ ਡੈਮੋਕ੍ਰੇਟ ਸੈਨੇਟਰਸ ਉਹਨਾਂ ਨੇ ਆਖਿਆ ਇਸ ਤਰੀਕੇ ਦੇ ਨਾਲ ਸੈਲੀ ਯੇਟਸ ਨੂੰ ਅਹੁਦੇ ਤੋਂ ਲਾਉਣਾ ਬਹੁਤ ਹੀ ਗਲਤ ਗੱਲ ਸੀ ਅਤੇ ਨਾਲ ਹੀ ਉਹਨਾਂ ਨੇ ਸੈਲੀ ਯੇਟਸ ਦੀ ਹਿੰਮਤ ਦੀ ਸ਼ਲਾਘਾ ਕੀਤੀ ਵੀ ਉਹ ਰਾਸ਼ਟਰਪਤੀ ਟਰੰਪ ਦੇ ਐਸੇ ਬੈਨ ਦੇ ਖਿਲਾਫ ਡਟ ਕੇ ਬੋਲੀ ਆ ਅਤੇ ਉਹਨਾਂ ਨੇ ਇਹ ਆਖਿਆ ਵੀ ਉਹ ਜੈਫ ਸੈਸ਼ਨਜ਼ ਦੀ ਵੋਟ ਦਾ ਇਸ ਲਈ ਬਲੌਕ ਕਰ ਰਹੇ ਨੇ ਵੀ ਉਹਨਾਂ ਨੂੰ ਪਤਾ ਆ ਜੈਫ ਸੈਸ਼ਨਜ਼ ਅਟਾਰਨੀ ਜਨਰਲ ਬਣਨ ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਦੇ ਹੁਕਮਾਂ ਅਨੁਸਾਰ ਹੀ ਕੰਮ ਕਰਨਗੇ ਅਤੇ ਇਦਾਂ ਦੀ ਜ਼ਰੂਰਤ ਕਦੀ ਵੀ ਨਹੀਂ ਦਿਖਾਉਣਗੇ। ਦੱਸਦੇ ਜਾਈਏ, ਵੱਖ-ਵੱਖ ਅਹੁਦਿਆਂ ਦੇ ਲਈ ਨਾਮਜ਼ਦ ਕੀਤੇ ਗਏ ਡੋਨਲਡ ਟਰੰਪ ਦੇ ਵੱਲੋਂ ਲੋਕਾਂ ਦੇ ਵਿੱਚੋਂ ਅਜੇ ਤੱਕ 2 ਡਿਫੈਂਸ ਅਤੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰਾਂ ਨੂੰ ਹੀ ਇਨਾਗੂਰੇਸ਼ਨ ਦਿਨ ਦੇ ਦੌਰਾਨ ਪ੍ਰਵਾਨਗੀ ਮਿਲੀ ਆ। ਅਜੇ ਬਾਕੀਆਂ ਦੇ ਉੱਤੇ ਪ੍ਰਵਾਨਗੀ ਹੋਣੀ ਬਾਕੀ ਆ। ਜੇ ਇਹੀ ਆંકੜੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਾਰੇ ਦੇਖਿਆ ਜਾਵੇ ਤਾਂ ਉਹਨਾਂ ਦੇ 6 ਜਾਣਿਆਂ ਨੂੰ ਪਹਿਲੇ ਹੀ ਦਿਨ ਪ੍ਰਵਾਨਗੀ ਮਿਲੀ ਸੀ ਅਤੇ 3 ਜਾਣਿਆਂ ਦੀ ਨਾਮਜ਼ਦਗੀ ਨੂੰ ਸੈਨੇਟ ਦੇ ਦੁਆਰਾ ਖਾਰਜ ਕੀਤਾ ਗਿਆ ਸੀ। ਕਿਸੇ ਵੀ ਰਾਸ਼ਟਰਪਤੀ ਦੇ ਕੋਲ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨ ਹੁੰਦੇ ਨੇ ਇਹ ਸਾਰੀਆਂ ਨਾਮਜ਼ਦਗੀਆਂ ਦੀ ਪ੍ਰਵਾਨਗੀ ਲੈਣ ਦੇ ਲਈ। ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਕਈ ਸਟੇਟਸ ਅਤੇ ਕਈ ਸੈਂਚੁਰੀ ਸਿਟੀਜ਼ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ ਖੜਦੇ ਨਜ਼ਰ ਆਉਂਦੇ ਨੇ। ਇਹਨਾਂ ਦੇ ਵਿੱਚ ਡੈਮੋਕ੍ਰੇਟ ਅਟਾਰਨੀ ਜਨਰਲਜ਼ ਵਾਸ਼ਿੰਗਟਨ ਦੇ, ਮੈਸੇਚਿਊਸਟ ਦੇ, ਵਰਜੀਨੀਆ ਅਤੇ ਨਿਊਯਾਰਕ ਦੇ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਗਜ਼ੀਕਿਊਟਿਵ ਆਰਡਰ ਨੂੰ ਇਮੀਗ੍ਰੇਸ਼ਨ ਦੇ ਉੱਤੇ ਅਦਾਲਤ ਦੇ ਵਿੱਚ ਚੈਲੰਜ ਕੀਤਾ ਆ। ਇਹੀ ਨਹੀਂ, ਕਈ ਸੈਂਚੁਰੀ ਸਿਟੀਜ਼ ਜਿੱਦਾਂ ਸੈਨ ਫਰਾਂਸਿਸਕੋ ਆ ਉਹਨਾਂ ਦੇ ਦੁਆਰਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਟਿਊ ਵੀ ਕੀਤਾ ਗਿਆ ਆ। ਇਹ ਸਾਰੇ ਅਟਾਰਨੀ ਜਨਰਲਜ਼ ਉਹਨਾਂ ਦਾ ਇਹ ਮੰਨਣਾ ਆ ਮੌਜੂਦਾ ਰਾਸ਼ਟਰਪਤੀ ਕਾਨੂੰਨ ਨੂੰ ਸਤਿਕਾਰ ਨਹੀਂ ਦਿੰਦੇ ਅਤੇ ਆਪਣੀ ਮਨਮਰਜ਼ੀ ਕਰ ਰਹੇ ਆ। ਇਸ ਕਰਕੇ ਬਹੁਤ ਸਾਰੇ ਲੋਕ ਚਿੰਤਿਤ ਨੇ। ਕਈਆਂ ਦਾ ਇਹ ਵੀ ਮੰਨਣਾ ਆ ਇਹ 4 ਸਟੇਟਸ ਤੋਂ ਇਲਾਵਾ ਹੋਰ ਵੀ ਕਈ ਸਟੇਟਸ ਇਹਨਾਂ ਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਆਰਡਰ ਦੇ ਖਿਲਾਫ ਅਦਾਲਤ ਵਿੱਚ ਜਾ ਸਕਦੇ ਆ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇ ਦੇ ਅਮਰੀਕਾ ਦੌਰੇ ਤੋਂ ਬਾਅਦ ਦੇ ਵਿੱਚ ਅੱਜ ਉਹਨਾਂ ਦੀ ਸੰਸਦ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਲੈ ਕੇ ਭਾਰੀ ਹੰਗਾਮਾ ਦੇਖਿਆ ਗਿਆ। ਲੇਬਰ ਐਮਪੀ ਡੈਨਿਸ ਸਕਿਨਰ ਨੇ ਆਖਿਆ ਜਿਸ ਤਰੀਕੇ ਨਾਲ ਵਰਲਡ ਵਾਰ 2 ਦੇ ਵਿੱਚ ਮੋਸੋਲੀਨੀ, ਹਿਟਲਰ ਵਰਗੇ ਲੋਕ ਬ੍ਰਿਟੇਨ ਦੇ ਉੱਤੇ ਹਮਲੇ ਕਰ ਰਹੇ ਸੀ, ਉਸੇ ਹੀ ਤਰਜ਼ ਦਾ ਆਦਮੀ ਡੋਨਲਡ ਟਰੰਪ ਉਹ ਹੁਣ ਯੂਕੇ ਵਿੱਚ ਆ ਰਿਹਾ ਤੇ ਉਸ ਦਾ ਦੌਰਾ ਸਰਕਾਰੀ ਤੌਰ ਤੇ ਰੱਦ ਕਰਨਾ ਚਾਹੀਦਾ ਆ। ਤੇ ਨਾਲ ਹੀ ਉਹਨਾਂ ਨੇ ਇਹ ਆਖਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਦਨ ਦੇ ਵਿੱਚ ਆਉਣ ਦੇ ਲਾਇਕ ਨਹੀਂ ਆ ਜਿੱਥੇ ਨੈਲਸਨ ਮੰਡੇਲਾ ਵਰਗੇ ਲੋਕ ਆਏ ਨੇ। ਇਸ ਦੇ ਜਵਾਬ ਦੇ ਵਿੱਚ ਫੋਰਨ ਮਿਨਿਸਟਰ ਬੋਰਿਸ ਜੌਨਸਨ ਉਹਨਾਂ ਨੇ ਇਹ ਆਖਿਆ ਵੀ ਉਹ ਇਸ ਕੰਪੈਰੀਜ਼ਨ ਦੇ ਨਾਲ ਬਿਲਕੁਲ ਖੁਸ਼ ਨਹੀਂ ਆ ਤੇ ਉਹ ਮੰਨਦੇ ਨਹੀਂ ਆ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਵੀ ਬ੍ਰਿਟੇਨ ਅਤੇ ਅਮਰੀਕਾ ਇੱਕ ਦੂਜੇ ਦੇ ਨਾਲ ਮਿਲ ਕੇ ਚੱਲੇਗਾ ਤਾਂ ਹੀ ਸਾਰਿਆਂ ਦੇ ਲਈ ਭਲੇਮੰਦੀ ਹੋਵੇਗੀ। ਸੋ ਤਾਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਤੋਂ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ 62 ਡਿਗਰੀ ਹਾਈ 52 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਸੈਨ ਫਰਾਂਸਿਸਕੋ ਵਿੱਚ 57 ਡਿਗਰੀ ਹਾਈ 54 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 59 ਡਿਗਰੀ ਹਾਈ 49 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਯੂਬਾ ਸਿਟੀ ਵਿੱਚ 59 ਡਿਗਰੀ ਹਾਈ 48 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਸਟਾਕਟਨ ਵਿੱਚ 62 ਡਿਗਰੀ ਹਾਈ 50 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਟ੍ਰੇਸੀ ਵਿੱਚ 62 ਡਿਗਰੀ ਹਾਈ 50 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਮੋਡੈਸਟੋ ਵਿੱਚ 64 ਡਿਗਰੀ ਹਾਈ 51 ਡਿਗਰੀ ਲੋ, ਰਾਤ ਨੂੰ ਮੀਂਹ ਪਵੇਗਾ। ਫਰੈਜ਼ਨੋ ਵਿੱਚ 69 ਡਿਗਰੀ ਹਾਈ 48 ਡਿਗਰੀ ਲੋ, 80% ਚਾਂਸ ਨੇ ਰਾਤ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 72 ਡਿਗਰੀ ਹਾਈ 50 ਡਿਗਰੀ ਲੋ, ਲਾਸ ਐਂਜਲਸ ਚ 70 ਡਿਗਰੀ ਹਾਈ 48 ਡਿਗਰੀ ਲੋ, ਟਰਕੀ ਵਿੱਚ 41 ਡਿਗਰੀ ਹਾਈ 31 ਡਿਗਰੀ ਲੋ, ਰਾਤ ਨੂੰ ਬਰਫ਼ ਪੈ ਸਕਦੀ ਆ। ਸਾਊਥ ਲੇਕ ਟਾਹੋ ਦੇ ਵਿੱਚ 45 ਡਿਗਰੀ ਹਾਈ 34 ਡਿਗਰੀ ਲੋ, ਰਾਤ ਨੂੰ ਬਰਫ਼ ਪਵੇਗੀ। ਪੋਰਟਲੈਂਡ ਓਰੇਗਨ ਚ 40 ਡਿਗਰੀ ਹਾਈ 32 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਚ 44 ਡਿਗਰੀ ਹਾਈ 27 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਚ 50 ਡਿਗਰੀ ਹਾਈ 25 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ
45 ਡਿਗਰੀ ਹਾਈ 32 ਡਿਗਰੀ ਲੋ। ਸ਼ਿਕਾਗੋ ਇਲੀਨਾਇਸ ਦੇ ਵਿੱਚ 35 ਡਿਗਰੀ ਹਾਈ 16 ਡਿਗਰੀ ਲੋ। ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ 33 ਡਿਗਰੀ ਲੋ। ਟੋਰਾਂਟੋ ਵਿੱਚ 3 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ। ਵਿਨੀਪੈਗ 'ਚ -14 ਡਿਗਰੀ ਸੈਲਸੀਅਸ ਹਾਈ -22 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -5 ਡਿਗਰੀ ਸੈਲਸੀਅਸ ਹਾਈ -12 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ -7 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 24 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ। ਲੰਡਨ UK 'ਚ 11 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 1 ਡਿਗਰੀ ਸੈਲਸੀਅਸ ਹਾਈ -5 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ 'ਚ 12 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਜਾਈਏ। ਮੰਗਲਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ 107 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ। 19,864 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 1 ਪੁਆਇੰਟ ਵਧਿਆ 5,615 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟ ਘਟੇ 2,278 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 11 ਪੁਆਇੰਟਾਂ ਦਾ ਘਾਟਾ ਹੋਇਆ 23,847 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 49 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 69 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 84 ਰੁਪਏ 85 ਪੈਸੇ, ਯੂਰੋ ਦੀ ਕੀਮਤ 72 ਰੁਪਏ 83 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 9 ਪੈਸੇ, ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 18 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 82 ਪੈਸੇ, ਬਹਿਰੀਨ ਦੇ ਦਿਨਾਰ ਦੀ ਕੀਮਤ 179 ਰੁਪਏ 11 ਪੈਸੇ, ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 31 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,210 40 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $17.51 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।